Please subscribe my YouTube channel and press the bell icon. ਜਿਸ ਰਸਤੇ ਦੇ ਉੱਤੇ ਸਤਿਗੁਰੂ ਰਵਿਦਾਸ ਮਹਾਰਾਜ ਰੋਜ਼ ਆਪਣਾ ਕਰਮ ਕਰਿਆ ਕਰਦੇ ਸਨ, ਆਪਣੀ ਕਿਰਤ ਕਰਿਆ ਕਰਦੇ ਸਨ, ਉਸ ਰਸਤੇ ਦੇ ਉੱਤੋਂ ਲੰਘ ਕੇ ਰੋਜ਼ ਇੱਕ ਸ਼ਿਕਾਰੀ ਸ਼ਿਕਾਰ ਕਰਨ ਜਾਇਆ ਕਰਦਾ ਸੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਅਕਸਰ ਉਸ ਨੂੰ ਦੇਖਦੇ ਸਨ ਤੇ ਉਹ ਵੀ ਸਤਿਗੁਰਾਂ ਨੂੰ ਦੇਖ ਕੇ ਲੰਘ ਜਾਇਆ ਕਰਦਾ ਸੀ। ਪਰ ਅੱਜ ਇੱਕ ਐਸੀ ਖੇਡ ਵਰਤੀ, ਐਸੀ ਮੌਜ ਗੁਰਦੇਵ ਪਾਤਸ਼ਾਹ ਦੇ ਮਨ ਵਿੱਚ ਆਈ ਕਿ ਜਦੋਂ ਉਹ ਸ਼ਿਕਾਰੀ ਸ਼ਿਕਾਰ ਕਰਨ ਗਿਆ ਤੇ ਗੁਰਦੇਵ ਪਾਤਸ਼ਾਹ ਉਸ ਦੇ ਪਿੱਛੇ ਪਿੱਛੇ ਚੱਲ ਪਏ। ਕਿਉਂਕਿ ਸਤਿਗੁਰੂ ਦਇਆ ਦੇ ਘਰ ਹੁੰਦੇ ਨੇ, ਕੋਮਲ ਹਿਰਦੇ ਵਾਲੇ ਹੁੰਦੇ ਨੇ। ਕਿਸੇ ਵੀ ਜੀਵ ਉੱਤੇ ਹੋ ਰਿਹਾ ਅਤਿਆਚਾਰ ਸਤਿਗੁਰ ਨਹੀਂ ਦੇਖ ਸਕਦੇ। ਸ਼ਿਕਾਰੀ ਨੇ ਜੰਗਲ ਵਿੱਚ ਜਾ ਕੇ ਹਿਰਨ ਨੂੰ ਪਕੜਨ ਦੇ ਲਈ ਫਾਹੀ ਗੱਡ ਦਿੱਤੀ ਅਤੇ ਆਪ ਘੰਡੇ ਹੇੜੇ ਦਾ ਨਾਦ ਵਜਾਉਣਾ ਸ਼ੁਰੂ ਕਰ ਦਿੱਤਾ। ਇਹ ਜੋ ਘੰਡੇ ਹੇੜੇ ਦਾ ਨਾਦ ਹੈ, ਇਸ ਦੀ ਜੋ ਆਵਾਜ਼ ਹੈ, ਇਹ ਹਿਰਨ ਜਾਂ ਹਿਰਨੀ ਦੀ ਬਹੁਤ ਵੱਡੀ ਕਮਜ਼ੋਰੀ ਹੈ, ਇੱਕ ਦੋਸ਼ ਹੈ। ਇਸ ਆਵਾਜ਼ ਵਿੱਚ ਇਹ ਜੀਵ ਇੰਨਾ ਮਸਤ, ਇੰਨਾ ਮਗਨ ਹੋ ਜਾਂਦਾ ਹੈ ਕਿ ਜਿਸ ਤਰਫੋਂ ਇਹ ਆਵਾਜ਼ ਆ ਰਹੀ ਹੁੰਦੀ ਹੈ, ਉਸ ਤਰਫ ਦੌੜਾ ਚਲਿਆ ਜਾਂਦਾ ਹੈ ਅਤੇ ਫਾਹੀ ਵਿੱਚ ਫਸ ਜਾਂਦਾ ਹੈ ਤੇ ਆਪਣੀ ਜਾਨ ਗਵਾ ਬੈਠਦਾ ਹੈ। ਤੇ ਜਦੋਂ ਸ਼ਿਕਾਰੀ ਨੇ ਘੰਡੇ ਹੇੜੇ ਦਾ ਨਾਦ ਵਜਾਇਆ ਤੇ ਇੱਕ ਹਿਰਨੀ ਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਈ ਤਾਂ ਉਹ ਦੌੜੀ ਆਈ ਅਤੇ ਆ ਕੇ ਉਸ ਫਾਹੀ ਦੇ ਵਿੱਚ ਫਸ ਜਾਂਦੀ ਹੈ, ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੀ ਹੈ। ਬੇਵਸ ਹਿਰਨੀ ਦੌੜਨ ਦੀ ਕੋਸ਼ਿਸ਼ ਕਰਦੀ ਹੈ, ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਜਾਲ ਵਿੱਚੋਂ, ਪਰ ਹੁਣ ਬੇਵਸ ਹੈ। ਅੱਖਾਂ ਦੇ ਵਿੱਚ ਹੰਝੂ ਆ ਗਏ ਨੇ। ਹਾਂ, ਅਸੀਂ ਅਕਸਰ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਨਸਾਨ ਦੁੱਖ ਤਕਲੀਫ ਮਹਿਸੂਸ ਕਰਦਾ ਹੈ, ਇਸੇ ਤਰ੍ਹਾਂ ਕਈ ਜੀਵ ਨੇ, ਕਈ ਪਸ਼ੂ ਨੇ ਜੋ ਦੁੱਖ ਤਕਲੀਫ ਮਹਿਸੂਸ ਕਰਦੇ ਹਨ। ਅਕਸਰ ਅਸੀਂ ਦੇਖਦੇ ਹਾਂ ਕਈ ਜੀਵਾਂ ਦੇ, ਕਈ ਪਸ਼ੂਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਕਿਸੇ ਦੁੱਖ ਕਰਕੇ, ਕਿਸੇ ਤਕਲੀਫ ਕਰਕੇ। ਕਿਉਂਕਿ ਦੁੱਖ ਤਕਲੀਫ ਉਹ ਵੀ ਮਹਿਸੂਸ ਕਰਦੇ ਨੇ ਤੇ ਉਸ ਹਿਰਨੀ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਨੇ। ਪਰ ਸ਼ਿਕਾਰੀ ਖੁਸ਼ ਹੈ ਕਿਉਂਕਿ ਉਸਨੇ ਹਿਰਨ ਨੂੰ ਪਕੜ ਲਿਆ ਹੈ ਤੇ ਹੁਣ ਸ਼ਿਕਾਰੀ ਉਸ ਹਿਰਨ ਨੂੰ ਮਾਰਨ ਵਾਲਾ ਹੈ, ਉਸ ਦਾ ਗਲਾ ਕੱਟਣ ਵਾਲਾ ਹੈ। ਤਾਂ ਕੀ ਹੋਇਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਸ਼ਿਕਾਰੀ ਦੇ ਕੋਲ ਆਣ ਖਲੋਤੇ ਤੇ ਆਖਣ ਲੱਗੇ, ਹੇ ਫਾਂਦਕੀ, ਹੇ ਸ਼ਿਕਾਰੀ, ਕੀ ਤੈਨੂੰ ਇਸ ਜੀਵ ਦੇ ਉੱਤੇ ਤਰਸ ਨਹੀਂ ਆ ਰਿਹਾ? ਇਸ ਦੀਆਂ ਅੱਖਾਂ ਦੇ ਵਿੱਚ ਵਗਦੇ ਹੰਝੂ ਦੇਖ। ਮੈਂ ਦੇਖ ਰਿਹਾ ਹਾਂ ਜਿੱਥੇ ਇਸ ਹਿਰਨ ਨੂੰ ਮੌਤ ਦਾ ਡਰ ਸਤਾ ਰਿਹਾ ਹੈ, ਉੱਥੇ ਇਹ ਆਪਣੇ ਬੱਚਿਆਂ ਦੇ ਮੋਹ ਵਿੱਚ ਤੜਫ ਰਹੀ ਹੈ। ਇਸ ਦਾ ਅੰਦਰ, ਇਸ ਦਾ ਮਨ ਆਪਣੇ ਬੱਚਿਆਂ ਦੇ ਲਈ ਤੜਫ ਰਿਹਾ ਹੈ, ਇਸ ਲਈ ਇਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ। ਗੁਰਦੇਵ ਪਾਤਸ਼ਾਹ ਆਖਣ ਲੱਗੇ ਕਿ ਐ ਸ਼ਿਕਾਰੀ, ਇਸ ਹਿਰਨ ਤੇ ਰਹਿਮ ਕਰ, ਮੇਰੀ ਗੱਲ ਮੰਨ, ਇਸ ਹਿਰਨ ਨੂੰ, ਇਸ ਜੀਵ ਨੂੰ ਜਾਣ ਦੇ। ਤੇ ਸ਼ਿਕਾਰੀ ਆਖਣ ਲੱਗਾ, ਸੰਤ ਜੀ, ਜਿਸ ਤਰ੍ਹਾਂ ਇਹ ਹਿਰਨੀ ਆਪਣੇ ਬੱਚਿਆਂ ਦੇ ਮੋਹ ਵਿੱਚ ਤੜਫ ਰਹੀ ਹੈ, ਇਸੇ ਤਰ੍ਹਾਂ ਮੈਂ ਵੀ ਆਪਣੇ ਬੱਚਿਆਂ ਦੇ ਮੋਹ ਵਿੱਚ ਤੜਫ ਰਿਹਾ ਹਾਂ, ਜੋ ਘਰ ਵਿੱਚ ਭੁੱਖੇ ਬੈਠੇ ਹਨ, ਜਿਨ੍ਹਾਂ ਨੂੰ ਕਈਆਂ ਦਿਨਾਂ ਤੋਂ ਕੁਝ ਖਾਣ ਲਈ ਨਹੀਂ ਮਿਲਿਆ। ਇਸ ਹਿਰਨੀ ਦਾ ਮਾਸ ਖਾ ਕੇ ਉਹਨਾਂ ਦੀ ਭੁੱਖ ਦਾ ਦੁੱਖ ਦੂਰ ਹੋ ਜਾਏਗਾ ਅਤੇ ਸਾਡਾ ਰੁਜ਼ਗਾਰ ਵੀ ਚੱਲ ਜਾਏਗਾ। ਇਸ ਹਿਰਨੀ ਦਾ ਕੁਝ ਮਾਸ ਖਾਵਾਂਗੇ ਅਤੇ ਬਾਕੀ ਵੇਚ ਕੇ ਘਰ ਦੀਆਂ ਲੋੜਾਂ ਪੂਰੀਆਂ ਕਰਾਂਗੇ। ਜੇਕਰ ਮੈਂ ਇਸ ਹਿਰਨੀ ਨੂੰ ਛੱਡ ਦਿੱਤਾ ਤਾਂ ਮੇਰੇ ਬੱਚਿਆਂ ਨੂੰ ਜੋ ਭੁੱਖ ਵਿੱਚ ਤੜਫ ਰਹੇ ਹਨ, ਉਹਨਾਂ ਨੂੰ ਕੌਣ ਬਚਾਏਗਾ? ਉਹ ਭੁੱਖ ਨਾਲ ਮਰ ਜਾਣਗੇ। ਇਸ ਲਈ ਮੈਨੂੰ ਆਪ ਦੀ ਇਹ ਗੱਲ ਮਨਜ਼ੂਰ ਨਹੀਂ।
ਮੈਂ ਇਸ ਹਿਰਨੀ ਨੂੰ ਨਹੀਂ ਛੱਡਾਂਗਾ। ਤੇ ਸਤਿਗੁਰ ਆਖਣ ਲੱਗੇ ਕਿ ਐ ਸ਼ਿਕਾਰੀ, ਜਰਾ ਸੋਚ, ਇਸ ਹਿਰਨੀ ਅਤੇ ਬਾਕੀ ਜੀਵਾਂ ਵਿੱਚ ਸਾਡੇ ਮਨੁੱਖਾਂ ਵਾਂਗ, ਇਨਸਾਨਾਂ ਵਾਂਗ ਹੀ ਆਤਮਾ ਹੈ। ਐ ਸ਼ਿਕਾਰੀ, ਜੇਕਰ ਤੈਨੂੰ ਜੰਗਲ ਦੇ ਵਿੱਚ ਕੋਈ ਸ਼ੇਰ, ਕੋਈ ਬਘਿਆੜ ਤੈਨੂੰ ਖਾ ਜਾਏ, ਤੈਨੂੰ ਮਾਰਦਾ ਹੈ, ਤੇ ਤੇਰਾ ਕੀ ਹਾਲ ਹੋਏਗਾ? ਤੇਰੇ ਬੱਚਿਆਂ ਦਾ ਕੀ ਬਣੇਗਾ ਅਤੇ ਕੌਣ ਦੇਖਭਾਲ ਕਰੇਗਾ? ਕਦੇ ਸੋਚਿਆ ਹੈ ਤੂੰ? ਸ਼ਿਕਾਰੀ ਆਖਣ ਲੱਗਾ ਕਿ ਐ ਸੰਤ ਜੀ, ਤੁਹਾਡੀਆਂ ਗੱਲਾਂ ਬਹੁਤ ਅੱਛੀਆਂ ਨੇ, ਚੰਗੀਆਂ ਨੇ, ਪਰ ਮੈਂ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ, ਮੈਂ ਭੁੱਖਾ ਨਹੀਂ ਮਰਨਾ ਚਾਹੁੰਦਾ। ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਦੇਖਣਾ ਚਾਹੁੰਦਾ। ਇਸ ਲਈ ਮੈਂ ਤੁਹਾਡੇ ਆਖੇ ਲੱਗ ਕੇ ਇਹ ਹਿਰਨੀ ਨੂੰ ਨਹੀਂ ਛੱਡ ਸਕਦਾ। ਤੇ ਗੁਰਦੇਵ ਪਾਤਸ਼ਾਹ ਫਿਰ ਸਮਝਾਉਂਦੇ ਨੇ ਕਿ ਐ ਸ਼ਿਕਾਰੀ, ਮੈਂ ਵੀ ਤਾਂ ਤੈਨੂੰ ਇਹੋ ਹੀ ਕਹਿ ਰਿਹਾ ਹਾਂ ਕਿ ਜਿੰਨਾ ਚਿਰ ਤੇਰੇ ਹੱਥ ਪੈਰ ਨੇ, ਤੇਰਾ ਰਿਸ਼ਟ ਪੁਸ਼ਟ ਸਰੀਰ ਹੈ, ਤੂੰ ਇਹਨਾਂ ਆਪਣੇ ਹੱਥਾਂ ਦੇ ਨਾਲ ਸ਼ੁੱਧ ਕਿਰਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦਾ ਹੈ। ਪੇਟ ਭਰਨ ਦੇ ਲਈ ਕੁਦਰਤ ਨੇ ਭਾਂਤ ਭਾਂਤ ਦੇ ਫਲ, ਦੁੱਧ, ਘਿਓ, ਦਾਲਾਂ, ਸਬਜ਼ੀਆਂ, ਚਾਵਲ ਆਦਿਕ ਵਸਤੂਆਂ ਪੈਦਾ ਕੀਤੀਆਂ ਹਨ ਜੋ ਸਾਡੀ ਖੁਰਾਕ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ। ਜੇਕਰ ਤੂੰ ਆਪਣੀ ਪਵਿੱਤਰ ਕਿਰਤ ਕਮਾਈ ਦੇ ਨਾਲ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲੇਗਾ ਤਾਂ ਤੈਨੂੰ ਐਸਾ ਆਨੰਦ ਨਸੀਬ ਹੋਵੇਗਾ ਜੋ ਅੱਜ ਤੱਕ ਕਦੇ ਤੂੰ ਪ੍ਰਾਪਤ ਨਹੀਂ ਕੀਤਾ ਹੋਵੇਗਾ। ਪਰ ਜੇਕਰ ਫਿਰ ਵੀ ਤੂੰ ਇਹ ਪਾਪਾਂ ਭਰਿਆ ਕੰਮ ਨਹੀਂ ਛੱਡਣਾ ਚਾਹੁੰਦਾ ਤਾਂ ਭਾਈ, ਤੇਰੀ ਆਪਣੀ ਮਰਜ਼ੀ ਹੈ। ਮੇਰੇ ਕਹੇ ਤੇ ਸਿਰਫ ਇੱਕ ਵਾਰ ਕੁਝ ਸਮੇਂ ਲਈ ਇਸ ਹਿਰਨੀ ਨੂੰ ਛੱਡ ਦੇ, ਤਾਂ ਜੋ ਇਹ ਆਪਣੇ ਬੱਚਿਆਂ ਨੂੰ ਮਿਲ ਆਵੇ। ਮੈਨੂੰ ਪੂਰਾ ਯਕੀਨ ਹੈ ਕਿ ਇਹ ਹਿਰਨੀ ਆਪਣੇ ਬੱਚਿਆਂ ਨੂੰ ਮਿਲ ਕੇ ਜ਼ਰੂਰ ਵਾਪਸ ਆਵੇਗੀ। ਤੇ ਉਹ ਸ਼ਿਕਾਰੀ ਆਖਣ ਲੱਗਾ ਕਿ ਸੰਤ ਜੀ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਇਹਨਾਂ ਜੰਗਲੀ ਜੀਵਾਂ ਤੇ ਕੀ ਯਕੀਨ ਕੀਤਾ ਜਾ ਸਕਦਾ ਹੈ? ਤੁਸੀਂ ਇਹਨਾਂ ਤੇ ਯਕੀਨ ਕਰਦੇ ਹੋ ਕਿ ਵਾਪਸ ਆ ਜਾਏਗੀ? ਨਹੀਂ, ਮੈਂ ਇਸ ਨੂੰ ਨਹੀਂ ਛੱਡਾਂਗਾ। ਤੇ ਸਤਿਗੁਰ ਆਖਣ ਲੱਗੇ, ਮੈਂ ਤੇਰੇ ਨਾਲ ਜ਼ੁਬਾਨ ਕਰਦਾ ਹਾਂ, ਜੇਕਰ ਇਹ ਹਿਰਨ ਨਹੀਂ ਵਾਪਸ ਆਉਂਦੀ ਤਾਂ ਮੈਂ ਇੱਥੇ ਤੇਰੇ ਕੋਲ ਬੈਠਾ ਹਾਂ। ਤੂੰ ਜਿਹੜਾ ਸਲੂਕ ਇਸ ਹਿਰਨ ਦੇ ਨਾਲ ਕਰਨਾ ਸੀ, ਉਹ ਮੇਰੇ ਨਾਲ ਕਰੀ। ਤੂੰ ਮੇਰਾ ਸੀਸ ਧੜ ਤੋਂ ਅਲੱਗ ਕਰ ਦੇ। ਇਹ ਫੰਦਾ ਜੋ ਹਿਰਨ ਦੇ ਗਲ ਵਿੱਚ ਪਾਇਆ ਹੈ, ਇਹ ਤੂੰ ਮੇਰੇ ਗਲ ਵਿੱਚ ਪਾ ਦੇ। ਇਸ ਹਿਰਨੀ ਦੀ ਜ਼ਮਾਨਤ ਮੈਂ ਦਿੰਦਾ ਹਾਂ। ਸਿਰਫ ਇੱਕ ਵਾਰ ਮੇਰੇ ਕਹੇ ਤੇ, ਮੇਰੀ ਜ਼ੁਬਾਨ ਤੇ ਇਸ ਹਿਰਨੀ ਨੂੰ ਜਾਣ ਦੇ, ਇਹ ਵਾਪਸ ਆ ਜਾਏਗੀ। ਗੁਰਦੇਵ ਪਾਤਸ਼ਾਹ ਦੇ ਬੋਲੇ ਹੋਏ ਬਚਨਾਂ ਨੇ ਉਸ ਸ਼ਿਕਾਰੀ ਦੇ ਮਨ ਤੇ ਅਸਰ ਪਾਇਆ ਤੇ ਸ਼ਿਕਾਰੀ ਇਨਕਾਰ ਨਾ ਕਰ ਸਕੇ। ਉਸਨੇ ਸਤਿਗੁਰਾਂ ਦੇ ਕਹਿਣ ਤੇ ਹਿਰਨੀ ਨੂੰ ਛੱਡ ਦਿੱਤਾ ਤੇ ਆਪ ਉਦਾਸ ਜਿਹਾ ਹੋ ਕੇ ਬੈਠ ਗਿਆ ਕਿ ਜੀਵ, ਇਹ ਹਿਰਨੀ ਹੁਣ ਕਿੱਥੇ ਵਾਪਸ ਆਵੇਗੀ। ਤੇ ਸਤਿਗੁਰ ਰਵਿਦਾਸ ਮਹਾਰਾਜ ਉਸ ਸ਼ਿਕਾਰੀ ਦੇ ਨਾਲ ਬਚਨ ਕਰ ਰਹੇ ਨੇ। ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੇ ਬੋਲ ਉਸ ਸ਼ਿਕਾਰੀ ਦੇ ਮਨ ਵਿੱਚ ਇਸ ਤਰ੍ਹਾਂ ਘਰ ਕਰ ਗਏ ਕਿ ਉਸ ਥੋੜ੍ਹੇ ਜਿਹੇ ਸਮੇਂ ਨੇ ਜੋ ਸਤਿਗੁਰ ਤੇ ਸ਼ਿਕਾਰੀ ਦੇ ਵਿੱਚ ਬੀਤਿਆ, ਉਸ ਸਮੇਂ ਨੇ ਸ਼ਿਕਾਰੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਜਿਸ ਤਰ੍ਹਾਂ ਸਤਿਗੁਰ ਕਬੀਰ ਬਾਣੀ ਵਿੱਚ ਆਖਦੇ ਨੇ, ਕਬੀਰ ਸਤਿਗੁਰ ਸੂਰ ਮੇਂ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਕਿ ਇੱਕ ਬਾਣ, ਇੱਕ ਬੋਲ ਦੇ ਨਾਲ, ਇੱਕ ਗਿਆਨ ਦੀ ਗੱਲ ਦੇ ਨਾਲ ਐਸਾ ਸੀਨੇ ਵਿੱਚ ਛੇਕ ਹੋਇਆ, ਐਸਾ ਉਹ ਬਾਣੀ ਦਾ ਤੀਰ, ਉਸ ਸ਼ਬਦ ਦਾ ਤੀਰ ਮੇਰੇ ਸੀਨੇ ਵਿੱਚ ਵੱਜਿਆ ਕਿ ਮੈਂ ਬੇਕਾਰਾਂ ਨੂੰ ਛੱਡ ਕੇ ਸੱਚ ਵੱਲ ਚੱਲ ਪਿਆ। ਮੈਂ ਸੱਚ ਦੇ ਮਾਰਗ ਤੇ ਚੱਲ ਪਿਆ। ਠੀਕ ਇਸੇ ਤਰ੍ਹਾਂ ਉਸ ਸ਼ਿਕਾਰੀ ਦੇ ਨਾਲ ਹੋਇਆ। ਸਤਿਗੁਰਾਂ ਦੀ ਬਾਣੀ ਦਾ ਐਸਾ ਤੀਰ, ਗੁਰਦੇਵ ਪਾਤਸ਼ਾਹ ਦੇ ਗਿਆਨ ਦਾ ਐਸਾ ਤੀਰ ਉਸ ਸ਼ਿਕਾਰੀ ਦੇ ਮਨ ਤੇ ਵੱਜਾ
ਕਿ ਉਸ ਦੀ ਜ਼ਿੰਦਗੀ ਬਦਲ ਗਈ। ਜਿੰਨੀ ਦੇਰ ਗੁਰਦੇਵ ਪਾਤਸ਼ਾਹ ਉਸ ਸ਼ਿਕਾਰੀ ਦੇ ਨਾਲ ਗਿਆਨ ਦੀਆਂ ਗੱਲਾਂ ਕਰ ਰਹੇ ਨੇ, ਜਿੰਨੀ ਦੇਰ ਸਤਿਗੁਰ ਪਾਤਸ਼ਾਹ ਉਸ ਸ਼ਿਕਾਰੀ ਨੂੰ ਗਿਆਨ ਦੇ ਰਹੇ ਨੇ, ਇੰਨੀ ਦੇਰ ਵਿੱਚ ਉਹ ਹਿਰਨ ਆਪਣੇ ਬੱਚਿਆਂ ਸਮੇਤ ਉਸ ਸ਼ਿਕਾਰੀ ਵੱਲ ਆ ਰਹੀ ਹੈ। ਅਤੇ ਸ਼ਿਕਾਰੀ ਦੇਖ ਕੇ ਹੈਰਾਨ ਹੋਇਆ ਕਿ ਇਹ ਹਿਰਨ ਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆ ਗਈ ਹੈ। ਤੇ ਸ਼ਿਕਾਰੀ ਕੀ ਦੇਖਦਾ ਹੈ ਕਿ ਹਿਰਨੀ ਆਪਣੇ ਬੱਚਿਆਂ ਸਮੇਤ ਸਤਿਗੁਰ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਜਾ ਬੈਠੀ। ਅਤੇ ਸ਼ਿਕਾਰੀ ਇਹ ਸਾਰਾ ਕੌਤਕ ਦੇਖ ਕੇ ਅਚਰਜ ਰਹਿ ਗਿਆ। ਤੇ ਸ਼ਿਕਾਰੀ ਨੇ ਆਪਣਾ ਸਿਰ ਸਤਿਗੁਰ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਕਿ ਐ ਗੁਰਦੇਵ ਪਾਤਸ਼ਾਹ, ਮੈਂ ਤੇ ਆਪ ਨੂੰ ਇੱਕ ਸਧਾਰਨ ਸੰਤ ਸਮਝਦਾ ਸਾਂ, ਪਰ ਤੁਸੀਂ ਤਾਂ ਉਸ ਅਕਾਲ ਪੁਰਖ ਦੇ ਸਾਕਾਰ ਰੂਪ ਹੋ, ਜਿਨ੍ਹਾਂ ਦਾ ਹੁਕਮ ਜੰਗਲ ਦੇ ਜੀਵ ਜੰਤੂਆਂ ਉੱਤੇ ਵੀ ਚੱਲਦਾ ਹੈ। ਇਹ ਵੀ ਤੁਹਾਡੇ ਹੁਕਮ ਵਿੱਚ ਨੇ, ਇਹ ਵੀ ਤੁਹਾਡੀ ਆਗਿਆ ਮੰਨਦੇ ਨੇ। ਤੇ ਗੁਰਦੇਵ ਪਾਤਸ਼ਾਹ ਜਵਾਬ ਦਿੰਦੇ ਨੇ ਕਿ ਨਹੀਂ ਭਾਈ, ਇਹ ਜੰਗਲੀ ਜੀਵ ਤੇਰੇ ਨਾਲ ਵੀ ਇਸੇ ਤਰ੍ਹਾਂ ਪਿਆਰ ਕਰਨਗੇ, ਪਰ ਜੇਕਰ ਤੂੰ ਇਹਨਾਂ ਨੂੰ ਪਿਆਰ ਕਰੇ, ਮੇਰੇ ਮਨ ਅੰਦਰ ਇਹਨਾਂ ਦੇ ਲਈ ਦਰਦ ਹੈ, ਪਿਆਰ ਹੈ, ਇਸ ਲਈ ਇਹ ਮੈਨੂੰ ਪਿਆਰ ਕਰਦੇ ਨੇ। ਜੇਕਰ ਤੂੰ ਵੀ ਇਹਨਾਂ ਦੇ ਲਈ ਆਪਣੇ ਮਨ ਦੇ ਅੰਦਰ ਦਰਦ ਰੱਖੇ, ਪਿਆਰ ਰੱਖੇ, ਤਾਂ ਤੇਰੇ ਨਾਲ ਵੀ ਇਹ ਜੀਵ ਜੰਤੂ ਇਸੇ ਤਰ੍ਹਾਂ ਹੀ ਪਿਆਰ ਕਰਨਗੇ। ਇਸ ਤਰ੍ਹਾਂ ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਸੁਣ ਕੇ ਉਸ ਸ਼ਿਕਾਰੀ ਦਾ ਹਿਰਦਾ ਵਿੰਨਿਆ ਗਿਆ। ਉਹ ਸਤਿਗੁਰਾਂ ਦਾ ਸ਼ਿਸ਼ ਬਣ ਗਿਆ, ਸਤਿਗੁਰਾਂ ਦੇ ਅੱਗੇ ਸਰੈਂਡਰ ਕਰ ਦਿੱਤਾ ਤੇ ਅੱਜ ਤੋਂ ਪ੍ਰਣ ਕੀਤਾ ਕਿ ਜੀਵਾਂ ਦੀ ਹੱਤਿਆ, ਜੀਵਾਂ ਨੂੰ ਮਾਰਨਾ ਬਿਲਕੁਲ ਬੰਦ ਕਰ ਦੇਗਾ। ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ, ਸਤਿਗੁਰਾਂ ਤੋਂ ਗਿਆਨ ਦੀ ਗੁੜਤੀ ਲੈ ਕੇ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਜੀਵਨ ਬਤੀਤ ਕਰੇਗਾ, ਸੱਚ ਨੂੰ ਸਮਝੇਗਾ ਤੇ ਦੂਸਰਿਆਂ ਨੂੰ ਸਮਝਾਏਗਾ। ਤੇ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ, ਉਸ ਫਾਂਦਗੀ ਨੂੰ, ਉਸ ਸ਼ਿਕਾਰੀ ਨੂੰ ਨਾਮ ਦੀ ਦਾਤ ਬਖਸ਼ ਕੇ, ਅਰਥਾਤ ਗਿਆਨ ਦੀ ਗੁੜਤੀ ਬਖਸ਼ ਕੇ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਹੈ ਕਿ ਇਹ ਸ਼ਿਕਾਰੀ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸ਼ਿਸ਼ ਹੋਇਆ, ਸਭ ਤੋਂ ਪਹਿਲਾਂ ਉਹਨਾਂ ਦਾ ਸੇਵਕ ਬਣਿਆ।